फ्रेंड्स हाउ आर यू वेलकम टू योर बॉटनी लैक्चर। बेटा ਆਪਾਂ ਸਟਾਰਟ ਕੀਤਾ ਸੀ ਬੈਟਰੈਕੋਸਪਮਮ ਦੇ ਵਿੱਚ ਆਪਾਂ ਸਟਰਕਚਰ ਦੇਖਿਆ। ਸਟਰਕਚਰ ਦੇ ਵਿੱਚ ਆਪਾਂ ਬ੍ਰਾਂਚਿੰਗ ਦੇਖਣੀ ਸੀਗੀ ਕਿ ਕਿੰਨੇ ਤਰ੍ਹਾਂ ਦੀ ਬ੍ਰਾਂਚਿੰਗ ਹੁੰਦੀ ਆ ਬੈਟਰੈਕੋਸਪਮਮ ਦੇ ਵਿੱਚ। ਆ ਵੈਲ ਲੇਬਲ ਡਾਇਗਰਾਮ ਹੈ ਬੈਟਰੈਕੋਸਪਮਮ ਦੇ ਤੇ ਹੁਣ ਆਪਾਂ ਪੜ੍ਹਦੇ ਹਾਂ ਬ੍ਰਾਂਚਿੰਗ। ਤੇ ਬ੍ਰਾਂਚਿੰਗ ਦੇ ਵਿੱਚ ਬੇਟਾ ਕੀ ਹੁੰਦਾ ਆ ਕਿ ਜਿਵੇਂ ਤੁਸੀਂ ਆ ਡਾਇਗਰਾਮਸ ਦੇਖੇ ਹੀ ਹੈਗੇ ਆ, ਜਿਹੜੇ ਬ੍ਰਾਂਚਿਸ ਜਿਹੜੀ ਆ ਉਹ ਅਰਾਈਜ਼ ਕਰਦੀ ਆ ਜਿਵੇਂ ਅਪੈਕਸ ਆ, ਐਪੀਕਲ ਸੈੱਲ ਆ। ਅਤੇ ਕੱਲ੍ਹ ਵੀ ਮੈਂ ਦੱਸਿਆ ਸੀਗਾ ਕਿ 2-3 ਸੈੱਲਸ ਛੱਡ ਕੇ ਇਹ ਨੈਰੋ ਵੀ ਹੁੰਦੇ ਆ, ਪਤਲੇ ਹੁੰਦੇ ਆ, ਇਹਨੂੰ ਆਪਾਂ ਐਪੈਕਸ ਜਾਂ ਐਪੀਕਲ ਸੈੱਲ ਕਹਿੰਦੇ ਆ। ਅਤੇ ਇਸ ਤੋਂ ਨੀਚੇ ਸੈੱਲਸ ਜਿਹੜੇ ਥੋੜ੍ਹੇ ਲੰਬੇ ਬਰੋਡਰ ਹੁੰਦੇ ਰਹਿੰਦੇ ਆ। ਤਾਂ 2-3 ਅਪੈਕਸ ਵਾਲੇ ਸੈੱਲਸ ਛੱਡ ਕੇ ਨੀਚੇ ਵਾਲੇ ਸੈੱਲ ਤੋਂ ਬ੍ਰਾਂਚਿੰਗ ਜਿਹੜੀ ਆ ਉਹ ਅਰਾਈਜ਼ ਕਰਦੀ ਆ ਜਾਂ ਅਰਾਈਜ਼ ਹੋਣਾ ਸਟਾਰਟ ਹੁੰਦੀ ਆ। ਹੁਣ ਜਿਹੜਾ ਸੈੱਲ ਆ ਸਪੋਜ਼ ਸੈੱਲ ਆ, ਇਹ ਤੋਂ 4 ਤੋਂ 6 ਪ੍ਰੋਜੈਕਸ਼ਨਸ ਮਤਲਬ ਆਊਟ ਗਰੋਥ ਕੋਈ ਸਟਰਕਚਰਸ ਨਿਕਲਦੀਆਂ ਆ, ਇਹਨਾਂ ਨੂੰ ਆਪਾਂ ਕਹਿੰਦੇ ਆ ਬ੍ਰਾਂਚਿੰਗ। ਇਹ ਲੇਟਰਲੀ ਮਤਲਬ ਸਾਈਡ 'ਤੇ ਹੀ ਨਿਕਲਦੀਆਂ ਹੈ। ਤੁਸੀਂ ਕੱਲ੍ਹ ਵੀ ਦੇਖਿਆ ਸੀ ਕਿ ਇਸ ਸਾਈਡ 'ਤੇ ਬ੍ਰਾਂਚਿੰਗ ਸੀ ਜਾਂ ਫਿਰ ਇਸ ਸਾਈਡ 'ਤੇ ਬ੍ਰਾਂਚਿੰਗ ਸੀਗੀ। ਹੁਣ ਜਿਵੇਂ ਦੇਖੋ ਆਪਾਂ ਕੱਲ੍ਹ ਦੇਖਿਆ ਸੀ ਕਿ ਨੋਡ ਆ ਔਰ ਇੱਥੇ ਇੱਕ ਸੈਪਟਮ ਜਾਂ ਇੰਟਰਨੋਡ ਆ, ਇਹਦੇ ਥੱਲੇ ਸੈੱਲ ਸੀਗੇ, ਫਿਰ ਪੂਰੇ ਨੋਡ ਇੰਟਰਨੋਡ। ਤਾਂ ਕੱਲ੍ਹ ਸ਼ਾਇਦ ਮੈਂ ਤੁਹਾਨੂੰ ਇਹ ਦੱਸਤਾ ਸੀਗਾ ਕਿ ਬ੍ਰਾਂਚਿੰਗ ਜਿਹੜੀ ਹੈ ਨੋਡ ਤੋਂ ਅਰਾਈਜ਼ ਕਰਦੇ ਆ। ਇਟ ਵਾਸ ਮਾਈ ਮਿਸਟੇਕ, ਸੌਰੀ ਫॉर ਦੈਟ। ਬ੍ਰਾਂਚਿੰਗ ਜਿਹੜੀ ਹੈ ਬੇਟਾ ਉਹ ਨੋਡ ਤੋਂ ਅਰਾਈਜ਼ ਕਰਦੀ ਆ ਹੈ ਨਾ। ਹੁਣ ਨੋਡ ਤੋਂ ਕਿਵੇਂ ਅਰਾਈਜ਼ ਕਰਦੀ ਆ ਕਿ ਜਿਵੇਂ ਨੋਡ ਆ ਜਿਹੜਾ ਸੈਪਟਮ ਆ ਸਿਰਫ ਇਹੀ ਇੰਟਰਨੋਡ ਆ। ਥੱਲੇ ਜਿਹੜਾ ਸੈੱਲ ਆ ਇਹ ਨੋਡ ਜਿਹੜਾ ਉਹ ਸਟਾਰਟ ਹੋ ਜਾਂਦਾ ਆ। ਜਿਹੜੀ ਮੈਂ ਰਿਪੀਟ ਕਰ ਦਿੰਦੀ ਆ ਕਿ ਜਿਹੜੀ ਸੈੱਲਸ ਆ ਇਹ ਨੋਡ ਆ ਇੱਕ ਸੈਪਟਮ ਆ, ਇਹ ਇੰਟਰਨੋਡ ਆ ਆਈ ਤੋਂ ਇੰਟਰਨੋਡ ਆ। ਹੁਣ ਇੰਟਰਨੋਡ ਦੇ ਨੀਚੇ ਜਿਹੜੇ ਸੈੱਲਸ ਆ ਇਹ ਨੋਡ ਹੀ ਹੈ। ਤਾਂ ਬ੍ਰਾਂਚਿੰਗ ਜਿਹੜੀ ਆ ਇਸ ਸੈੱਲ ਤੋਂ ਅਰਾਈਜ਼ ਕਰਦੀ ਆ ਲੇਟਰਲੀ। ਇੱਦਾਂ 5-6 ਸੈੱਲਸ ਗਰੋ ਕਰਦੇ ਆ ਅਤੇ ਇਹਨੂੰ ਆਪਾਂ ਬ੍ਰਾਂਚ ਕਹਿ ਦਿੰਦੇ ਆ। ਇਸ ਤਰ੍ਹਾਂ ਸਾਈਡ 'ਤੇ ਜਾਂ ਫਿਰ ਇਹਦੇ ਤੋਂ ਹੀ ਇੱਥੇ ਬ੍ਰਾਂਚਿੰਗ ਨਿਕਲਦੀ ਆ। ਤਾਂ ਕਰਕੇ ਬ੍ਰਾਂਚਿੰਗ ਜਿਹੜੀ ਆ ਉਹ ਨੋਡਸ ਤੋਂ ਅਰਾਈਜ਼ ਹੁੰਦੀ ਆ। ਕੱਲ੍ਹ ਸ਼ਾਇਦ ਮੈਂ ਗਲਤ ਬੋਲਤਾ ਸੀਗਾ, ਸੌਰੀ ਫॉर ਦੈਟ। ਹੁਣ ਇਹ ਜਿਹੜੀ ਲੇਟਰਲ ਪ੍ਰੋਜੈਕਸ਼ਨਸ ਆ ਇਹ ਸੈਪਰੇਟਡ ਹੁੰਦੀ ਆ ਬਾਈ ਮੀਨਸ ਆਫ ਸੈਪਟਾ। ਅਤੇ ਸੈੱਲਸ ਜਿਹੜੇ ਆ ਸਟਾਰਟ ਬਿਹੇਵਿੰਗ ਐਸ ਇਨੀਸ਼ੀਅਲ ਸੈੱਲਸ ਆਫ ਲੇਟਰਲ ਬ੍ਰਾਂਚ। ਹੁਣ ਜਿਵੇਂ ਇੱਥੋਂ ਸਪੋਜ਼ ਵਾਲੇ ਸੈੱਲ ਤੋਂ ਬ੍ਰਾਂਚਿੰਗ ਸ਼ੁਰੂ ਹੋਈ ਆ ਤਾਂ ਇਹ ਇਨੀਸ਼ੀਅਲ ਸੈੱਲ ਹੋਏਗਾ। ਇਨੀਸ਼ੀਅਲ ਸੈੱਲ ਮਤਲਬ ਜਿੱਥੋਂ ਬ੍ਰਾਂਚਿੰਗ ਸਟਾਰਟ ਹੋਈ ਹੈ, ਸਟਾਰਟਿੰਗ ਵਾਲਾ ਸੈੱਲ, ਇਹਨੂੰ ਆਪਾਂ ਕਹਿੰਦੇ ਹਾਂ ਇਨੀਸ਼ੀਅਲ ਸੈੱਲ। ਹੌਲੀ ਹੌਲੀ ਇਹ ਪ੍ਰੋਜੈਕਸ਼ਨਸ ਜਿਹੜੀਆਂ ਵਧੀ ਜਾਣੀਆਂ ਆ ਅਤੇ ਜਿੱਥੇ ਬ੍ਰਾਂਚਿੰਗ ਅਰਾਈਜ਼ ਹੋਣੀ ਹੈ, ਜਿਵੇਂ ਇੱਥੇ ਅਰਾਈਜ਼ ਹੋਈ ਆ ਤਾਂ ਇੱਥੇ ਸੈਪਟਮ ਜਿਹੜਾ ਆ ਸੈਪਟਮ ਹੋਇਆ, ਇਨੀਸ਼ੀਅਲ ਸੈੱਲ ਹੋਇਆ। ਇਹ ਤੋਂ ਫਿਰ ਅੱਗੇ ਜਿਹੜੀ ਆ ਸੈੱਲਸ ਜਿਹੜੇ ਡਿਵਾਈਡ ਹੋ ਕੇ ਨਾਲ ਜੁੜੀ ਜਾਣੇ ਆ ਅਤੇ ਬ੍ਰਾਂਚਿੰਗ ਜਿਹੜੀ ਉਹ ਪੂਰੀ ਅਰਾਈਜ਼ ਕਰ ਜਾਣੀ ਆ। ਹੁਣ ਜਿਹੜੇ ਇਨੀਸ਼ੀਅਲ ਸੈੱਲ ਆ, ਇਨੀਸ਼ੀਅਲ ਮਤਲਬ ਜਿਹੜਾ ਦੇਖੋ ਇੱਥੇ ਬਣਿਆ ਵੀ ਹੋਇਆ ਆ। ਇਨੀਸ਼ੀਅਲ ਜਿਹੜਾ ਸੈੱਲ ਆ ਵਾਲਾ ਇਹ ਇਨੀਸ਼ੀਅਲ ਸੈੱਲ ਆ, ਇਹ ਸਟਾਰਟਿੰਗ ਵਾਲਾ ਸੈੱਲ ਆ। ਇਹੀ ਹੁਣ ਦੇਖੋ ਡਿਵਾਈਡ ਹੋ ਕੇ ਕਿੰਨੀਆਂ ਉਂਗਲੀਆਂ ਫਿੰਗਰ ਲਾਈਕ ਸਟਰਕਚਰ ਜਾਂ ਸੈੱਲਸ ਦੇ ਵਿੱਚ ਡਿਵਾਈਡ ਕੀਤਾ ਆ। ਇਹੀ ਪੂਰਾ ਬ੍ਰਾਂਚਿੰਗ ਆਪਾਂ ਇਹਨੂੰ ਕਹਿੰਦੇ ਆ। ਇਹ ਰਿਪੀਟਡਲੀ ਡਿਵਾਈਡ ਹੁੰਦਾ ਰਹਿੰਦਾ ਆ ਅਤੇ ਪਹਿਲਾਂ ਇੱਕ ਬ੍ਰਾਂਚ ਬਣ ਗਈ। ਜਿਵੇਂ ਹੁਣ ਕਹਿ ਸਕਦੇ ਹਾਂ ਅਸੀਂ ਬ੍ਰਾਂਚ ਬਣ ਗਈ ਇੱਕ, ਫਿਰ ਇਸ ਤੋਂ ਸੈਕਿੰਡ ਬਣ ਜਾਣੀ ਆ, ਫਿਰ ਇਸ ਤੋਂ ਥਰਡ, ਫਿਰ ਇਸ ਤੋਂ। ਤਾਂ ਇਨੀਸ਼ੀਅਲ ਸੈੱਲ ਇੱਕੋ ਹੀ ਆ, ਉਹਨੇ ਹੀ ਅੱਗੇ ਡਿਵਾਈਡ ਹੋ ਕੇ ਬਹੁਤ ਸਾਰੀਆਂ ਬ੍ਰਾਂਚਿਸ ਫਾਰਮ ਕਰਨੀਆਂ। ਤਾਂ ਆਪਾਂ ਕੱਲ੍ਹ ਗੱਲ ਕੀਤੀ ਸੀ ਕਿ ਮੋਨੋਪੋਡੀਅਲ ਬ੍ਰਾਂਚਿੰਗ ਆ, ਇੱਕ ਤਰਫ ਨੂੰ ਹੀ ਬ੍ਰਾਂਚਿੰਗ ਆ।
ਤਾਂ ਉਹਦਾ ਮਤਲਬ ਹੀ ਇਹ ਆ ਕਿ ਜਿਹੜਾ ਜਿੱਥੋਂ ਅਰਾਈਜ਼ ਕਰਨੀ ਆ ਬ੍ਰਾਂਚ ਨੇ ਉਹ ਸਿੰਗਲ ਹੀ ਹੋਏਗਾ। ਜਿਵੇਂ ਆ ਦੇਖੋ ਆ ਸਿੰਗਲ ਹੀ ਆ, ਇਸ ਤੋਂ ਉੱਪਰ ਫਿਰ ਜਿਹੜੇ ਡਿਵੀਜ਼ਨ ਹੋਣੀ ਆ, ਚਾਹੇ ਉਹ ਇੱਕ ਸੈੱਲ 'ਚ ਹੋਵੇ, ਦੋ ਸੈੱਲ 'ਚ ਹੋਵੇ, ਇਸ ਸਾਈਡ ਨੂੰ ਬ੍ਰਾਂਚਿੰਗ ਨਿਕਲ ਜਾਣੀ ਹੈ। ਪਰ ਆ ਬੇਸਲ ਸੈੱਲ ਜਿਹੜਾ ਉਹ ਇੱਕੋ ਹੀ ਹੁੰਦਾ ਆ, ਉਹਨੂੰ ਬੇਸਲ ਹੀ ਆ ਜਿੱਥੋਂ ਸਟਾਰਟ ਹੁੰਦੀ ਆ ਬ੍ਰਾਂਚਿੰਗ, ਉਹਨੂੰ ਆਪਾਂ ਇਨੀਸ਼ੀਅਲ ਸੈੱਲ ਜਿਹੜਾ ਕਹਿ ਦਈਦਾ ਹੈ। ਹੁਣ ਜਿਹੜੇ ਇਨੀਸ਼ੀਅਲ ਸੈੱਲ ਆ ਉਹ ਆਪ ਛੋਟਾ ਰਹਿੰਦਾ ਹੈ। ਤੁਸੀਂ ਦੇਖੋ ਕਿ ਆਹ ਇਨੀਸ਼ੀਅਲ ਸੈੱਲ ਛੋਟਾ ਹੀ ਆ, ਹੈ ਨਾ। ਬਾਕੀ ਸੈੱਲ ਜਿਹੜੇ ਉਹ ਵੱਡੇ ਲੰਬੇ ਹੋ ਕੇ ਡਿਵਾਈਡ ਹੋ ਕੇ ਬਹੁਤ ਸਾਰੀ ਲੇਟਰਲ ਬ੍ਰਾਂਚਿਸ ਜਿਹੜੀਆਂ ਉਹ ਫਾਰਮ ਕਰਦੇ ਆ। ਇਸ ਕਰਕੇ ਇਹ ਜਿਹੜੀ ਬ੍ਰਾਂਚ ਆ ਇਹ ਅਰਾਈਜ਼ ਕਰਦੀ ਆ ਫਰਮ ਨੋਡਸ। ਤਾਂ ਅਸੀਂ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇੱਥੇ ਸੈਪਟਾ ਹੋਏਗਾ, ਸੈਪਟਾ ਦੇ ਨੀਚੇ ਆਹ ਨੋਡ ਦਾ ਸੈੱਲ ਆ, ਠੀਕ ਹੈ। ਨੋਡ ਦਾ ਸੈੱਲ ਹੀ ਨੋਡ ਦੇ ਸੈੱਲ ਤੋਂ ਹੀ ਬ੍ਰਾਂਚ ਅਰਾਈਜ਼ ਹੋਏਗੀ। ਤਾਂ ਇਹਨੂੰ ਆਪਾਂ ਬੇਸਲ ਸੈੱਲ ਵੀ ਕਹਿ ਦਈਦਾ, ਪਰ ਇਹ ਨੋਡ 'ਤੇ ਪ੍ਰੈਜ਼ੈਂਟ ਹੁੰਦਾ ਹੈ। ਸੋ ਬ੍ਰਾਂਚਿੰਗ ਅਰਾਈਜ਼ ਫਰੋਮ ਨੋਡਸ। ਤਾਂ ਇਹ ਇੰਪੋਰਟੈਂਟ ਕੁਐਸਚਨ ਆ ਕਿ ਬ੍ਰਾਂਚਿੰਗ ਕਿੱਥੋਂ ਅਰਾਈਜ਼ ਹੁੰਦੀ ਆ, ਤਾਂ ਤੁਸੀਂ ਲਿਖਣਾ ਹੈ ਨੋਡਸ ਤੋਂ, ਠੀਕ ਹੈ। ਕਨਫਿਊਜ਼ ਨਹੀਂ ਹੋਣਾ, ਕੱਲ ਮੈਂ ਥੋੜ੍ਹਾ ਜਿਹਾ ਸ਼ਾਇਦ ਮਿਸਟੇਕ ਹੋ ਗਈ ਸੀਗੀ। ਹੁਣ ਜਿਹੜੀ ਬ੍ਰਾਂਚਿਸ ਆ ਬੇਟਾ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ। ਲੇਟਰਲੀ ਆ, ਇਹ ਤਾਂ ਕਨਫਰਮ ਆ, ਕਲੀਅਰ ਆ ਕਿ ਸਾਈਡ 'ਤੇ ਆ, ਦੇਖੋ ਪੂਰੀਆਂ ਬ੍ਰਾਂਚਿਸ ਸਾਈਡ 'ਤੇ ਆ, ਕੋਈ ਇਸ ਤਰ੍ਹਾਂ ਬ੍ਰਾਂਚਿੰਗ ਨਹੀਂ ਹੈਗੀ, ਸਾਰੀਆਂ ਲੇਟਰਲ ਸਾਈਡਸ 'ਤੇ ਹੀ ਬ੍ਰਾਂਚਿੰਗ ਆ। ਤਾਂ ਜਿਹੜੇ ਬ੍ਰਾਂਚਿਸ ਜਿਹੜੀਆਂ ਆ ਉਹ ਦੋ ਤਰ੍ਹਾਂ ਦੀਆਂ ਆ। ਕੱਲ ਮੈਂ ਥੋੜ੍ਹਾ ਜਿਹਾ ਦੱਸਿਆ ਸੀਗਾ, ਬ੍ਰਾਂਚਿਸ ਆਫ ਅਨਲਿਮਿਟਿਡ ਗਰੋਥ ਅਤੇ ਬ੍ਰਾਂਚਿਸ ਆਫ ਲਿਮਿਟਿਡ ਗਰੋਥ। ਆ ਬ੍ਰਾਂਚਿਸ ਆਫ ਲਿਮਿਟਿਡ ਗਰੋਥ ਹੈ। ਅਤੇ ਇਹਦੇ ਵਿੱਚ ਕੀ ਫ਼ਰਕ ਹੈ? ਵੈਸੇ ਪਹਿਲਾਂ ਅਸੀਂ ਨਾਮ ਸਮਝਦੇ ਹਾਂ। ਅਨਲਿਮਿਟਿਡ ਮਤਲਬ ਜਿਹੜਾ ਬਿਲਕੁਲ ਆਵਾਗੌਣ ਬੇਫਜ਼ੂਲ ਦਾ ਜਾਂ ਥੋੜ੍ਹਾ ਜ਼ਿਆਦਾ ਗਰੋ ਕਰੇਗਾ, ਉਹਨੂੰ ਆਪਾਂ ਕਹਿੰਦੇ ਹਾਂ ਅਨਲਿਮਿਟਿਡ। ਅਤੇ ਕੁਛ ਬ੍ਰਾਂਚਿਸ ਇੱਦਾਂ ਹੁੰਦੀਆਂ ਹੈ ਕਿ ਜਿਹੜਾ ਥੋੜ੍ਹੀ ਟਾਈਮ ਲਈ ਗਰੋ ਕਰਦੀਆਂ ਆ, ਫਿਰ ਉਹਨਾਂ ਦਾ ਟਿਪ 'ਤੇ ਬਲੌਕ ਹੋ ਜਾਂਦੀ ਆ, ਜਾਂ ਟਿਪ ਕਹਿ ਲਓ ਕਿ ਗਰੋਥ ਕਰਨਾ ਬੰਦ ਕਰ ਦਿੰਦੀ ਆ। ਤਾਂ ਇੱਕ ਪਰਟੀਕੂਲਰ ਜਾਂ ਇੱਕ ਲਿਮਿਟਿਡ ਗਰੋਥ ਰਹਿ ਜਾਂਦੀ ਆ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਬ੍ਰਾਂਚਿਸ ਆਫ ਲਿਮਿਟਿਡ ਗਰੋਥ। ਨਾਮ ਤੋਂ ਹੀ ਕਲੀਅਰ ਹੈ, ਨਾਮ ਨਾਲ ਵੀ ਤੁਸੀਂ ਬਹੁਤ ਕੁਝ ਲਿਖ ਸਕਦੇ ਆ। ਹੁਣ ਜਿਹੜੀ ਬ੍ਰਾਂਚਿਸ ਆਫ ਅਨਲਿਮਿਟਿਡ ਗਰੋਥ ਆ, ਤਾਂ ਉਹਨੂੰ ਆਸਾਨੀ ਨਾਲ ਤੁਸੀਂ ਲਿਖ ਸਕਦੇ ਆ ਕਿ ਜਿਹੜੇ ਇਨਡੈਫੀਨੇਟਲੀ ਗਰੋ ਕਰਦੇ ਆ, ਅਤੇ ਟੂ ਫਾਰਮ ਦਾ ਸ਼ੇਪ ਐਂਡ ਟੂ ਫਾਰਮ ਔਰ ਸ਼ੇਪ ਆਫ ਦਾ ਮੇਨ ਐਕਸਿਸ। ਮਤਲਬ ਕਿ ਜਿਵੇਂ ਮੇਨ ਐਕਸਿਸ ਆ, ਇਹ ਤੋਂ ਬ੍ਰਾਂਚ ਅਰਾਈਜ਼ ਕਰਦੀ ਆ। ਤਾਂ ਜਿਹੜੀ ਅਨਲਿਮਿਟਿਡ ਬ੍ਰਾਂਚ ਆ, ਇਹਦੀ ਇੰਨੀ ਕੁ ਹਾਈਟ ਹੋ ਜਾਣੀ ਆ ਕਿ ਮੇਨ ਐਕਸਿਸ ਜਿਹੜੀ ਆ ਉਹਦੇ ਇੱਕ ਲੈਵਲ ਤੱਕ ਪਹੁੰਚ ਜਾਣੀ ਆ। ਅਤੇ ਜਿਹੜੀਆਂ ਅਨਲਿਮਿਟਿਡ ਵਾਲੀਆਂ ਆ ਉਹ ਮੇਨ ਐਕਸਿਸ ਤੋਂ ਛੋਟੀਆਂ ਹੀ ਰਹਿਣੀਆਂ, ਕਿਤੇ ਵੀ ਇਹਨਾਂ ਦਾ ਲੈਵਲ ਜਿਹੜਾ ਉਹ ਟੱਚ ਨਹੀਂ ਕਰੇਗਾ। ਹਾਈਟ ਜਾਂ ਲੈਂਥ 'ਚ ਉਹ ਛੋਟੀਆਂ ਰਹਿਣੀਆਂ ਆ ਲਿਮਿਟਿਡ ਗਰੋਥ ਵਾਲੀਆਂ। ਅਨਲਿਮਿਟਿਡ ਵਾਲੀਆਂ ਲੰਬੀਆਂ ਹੋ ਕੇ ਲਗਭਗ ਮੇਨ ਐਕਸਿਸ ਦੇ ਬਰਾਬਰ ਪਹੁੰਚ ਜਾਂਦੀਆਂ। ਇਹ ਵੀ ਜਦੋਂ ਇਹ ਬ੍ਰਾਂਚਿਸ ਬਣਨੀਆਂ ਆ, ਤਾਂ ਇਹਨੇ ਵੀ ਡਿਫਰੈਂਸ਼ੀਏਟਿਡ ਹੋਣਾ ਆ ਨੋਡਸ ਔਰ ਇੰਟਰਨੋਡਸ ਦੇ ਵਿੱਚ। ਅਤੇ ਜਿਹੜੀ ਔਰ ਇਹ ਡੈਵਲਪ ਹੁੰਦੀਆਂ ਆ ਬ੍ਰਾਂਚਿਸ ਲੇਟਰਲ ਜਿਹੜੀਆਂ ਇਨ ਦਾ ਸੇਮ ਮੈਨਰ ਐਜ਼ ਦਾ ਮੇਨ ਐਕਸਿਸ। ਇਹਨਾਂ ਦੀ ਵੀ ਇਹਦੇ ਵਿੱਚ ਵੀ ਸਾਰਾ ਕੁਝ ਜੋ ਅਸੀਂ ਕੱਲ੍ਹ ਪੜ੍ਹਿਆ ਸੀ ਸਟਰਕਚਰ, ਇਸ ਜਿਹੜੀ ਬ੍ਰਾਂਚ ਆਫ ਅਨਲਿਮਿਟਿਡ ਗਰੋਥ ਹੈ, ਇਹਦਾ ਪੂਰਾ ਸਟਰਕਚਰ ਜਿਹੜਾ ਉਹ ਇਹਦੇ ਵਰਗਾ ਹੀ ਹੋਏਗਾ, ਮੇਨ ਐਕਸਿਸ ਵਰਗਾ, ਕਿ ਨੋਡਸ ਇੰਟਰਨੋਡਸ ਡਿਵੈਲਪ ਹੁੰਦੇ ਆ, ਅਤੇ ਉਹ ਐਂਡ ਟੂ ਐਂਡ ਸੈੱਲ ਜੁੜੇ ਹੁੰਦੇ ਆ, ਠੀਕ ਹੈ। ਔਰ ਟਿਊਬ ਲਾਈਕ ਜਾਂ ਸਿਲੰਡਰੀਕਲ ਪੂਰੀ ਹੁੰਦੀ ਹੈ। ਜੋ ਅਸੀਂ ਕੱਲ੍ਹ ਪੜ੍ਹਿਆ ਉੱਦਾਂ ਦਾ ਹੀ ਇਹਦਾ ਤਕਰੀਬਨ ਸਟਰਕਚਰ ਹੋਏਗਾ। ਇਹ ਜਿਹੜੇ ਆ ਉਹ ਯੂਜੂਅਲੀ ਜਿਹੜੀ ਸਿੰਗਲ ਬ੍ਰਾਂਚ ਆ ਅਨਲਿਮਿਟਿਡ ਗਰੋਥ ਦੀ, ਇਹ ਅਰਾਈਜ਼ ਕਰਦੀ ਹੈ ਫਰਮ ਨੋਡ। ਤਾਂ ਜ਼ਿਆਦਾਤਰ ਜਿਹੜੀ ਅਨਲਿਮਿਟਿਡ ਬ੍ਰਾਂਚ ਹੈ ਉਹ ਸਿੰਗਲ ਅਰਾਈਜ਼ ਕਰਦੀ ਹੈ, ਸਿੰਗਲ ਹੀ ਹੁੰਦੀ ਹੈ। ਤੁਸੀਂ ਦੇਖੋ ਜਿਹੜੀਆਂ ਬ੍ਰਾਂਚਿਸ ਆਫ ਲਿਮਿਟਿਡ ਗਰੋਥ ਆ ਉਹ ਕਿੰਨੀਆਂ ਜ਼ਿਆਦਾ ਆ।
ਲੇਕਿਨ ਜਿਹੜੀ ਬ੍ਰਾਂਚ ਆਫ ਅਨਲਿਮਿਟਿਡ ਗਰੋਥ ਹੈ ਉਹ ਇੱਕੋ ਹੀ ਅਰਾਈਜ਼ ਕਰਦੀ ਹੈ ਫਰੋਮ ਬੇਸਲ ਸੈੱਲ ਜਾਂ ਫਿਰ ਫਰੋਮ ਕਹਿ ਲਓ ਨੋਡ ਤੋਂ, ਹੈ ਨਾ। ਬ੍ਰਾਂਚਿਸ ਹੁਣ ਜੇ ਲਿਮਿਟਿਡ ਗਰੋਥ ਦੀ ਗੱਲ ਕਰੀਏ, ਇਹ ਵਰਲ ਮਤਲਬ ਹੁੰਦਾ ਗੁੱਛੇ, ਗਰੁੱਪਸ 'ਚ ਅਰਾਈਜ਼ ਕਰਦੀਆਂ ਆ ਫਰੋਮ ਈਚ ਨੋਡ ਤੋਂ ਹੀ ਅਰਾਈਜ਼ ਕਰਨੀਆਂ ਆ। ਇਹ ਗਰੋ ਕਰਦੀਆਂ ਆ ਕੁਛ ਲੈਂਥ ਤੱਕ, ਫਿਰ ਇਹਨਾਂ ਦੀ ਗਰੋਥ ਜਿਹੜੀ ਆ ਉਹ ਸਟਾਪ ਹੋ ਜਾਂਦੀ ਆ। ਦੇ may remain unbranched or develop lateral branches in the usual manner। ਹੁਣ ਇਹਦੇ ਵਿੱਚ ਆ ਜਿਹੜੀ ਦੇਖੋ ਤੁਸੀਂ ਕਿੰਨੀਆਂ ਲੇਟਰਲ ਬ੍ਰਾਂਚਿਸ ਆ, ਇਹ ਅਨਬ੍ਰਾਂਚਡ ਵੀ ਰਹਿ ਸਕਦੀ ਆ ਅਤੇ ਬ੍ਰਾਂਚਡ ਵੀ ਹੋ ਸਕਦੀ ਆ। ਆ ਦੇਖੋ ਇਹਦੇ ਵਿੱਚ ਇੱਕ ਬੇਸਲ ਸੈੱਲ, ਅੱਗੇ ਸੈੱਲ ਡਿਵਾਈਡ ਹੋਏ, ਫਿਰ ਆ ਬ੍ਰਾਂਚਡ ਆ ਵੀ ਬ੍ਰਾਂਚਡ ਆ ਵੀ ਬ੍ਰਾਂਚਡ ਆ, ਲੇਕਿਨ ਆ ਜਿਹੜੀ ਇੱਕ ਅਨਬ੍ਰਾਂਚਡ ਵੀ ਹੈਗੀ ਆ। ਤਾਂ ਇਸ ਤਰ੍ਹਾਂ ਇਹ ਕਿਸੇ ਵੀ ਮੈਨਰ 'ਚ ਹੋ ਸਕਦੀ ਹੈ, ਬ੍ਰਾਂਚਡ ਅਨਬ੍ਰਾਂਚਡ ਸਾਰੀਆਂ, ਹੈ ਨਾ। ਹੁਣ ਜਿਹੜੀ ਆ ਉਹ ਬ੍ਰਾਂਚਡ ਅਨਬ੍ਰਾਂਚ ਤਾਂ ਹੁੰਦੀ ਆ, ਲੇਕਿਨ ਆਹ ਜਿਹੜੀ ਕਹਿ ਲਓ ਵਰਲ 'ਚ ਰਾਈਜ਼ ਕਰਦੀ ਹੈ, ਇਹ ਵੀ ਸਾਨੂੰ ਦਿਖ ਰਿਹਾ ਆ। ਜਿਹੜਾ ਗੁੱਛਾ ਹੁੰਦਾ ਆ ਲਿਮਿਟਿਡ ਬ੍ਰਾਂਚਿਸ ਦਾ ਹਰ ਨੋਡ ਤੋਂ, ਉਹ ਇੱਕ ਗਲੋਬੋਸ ਜਾਂ ਫਿਰ ਬੀਡ ਲਾਈਕ ਸਟਰਕਚਰ ਜਾਂ ਅਪੀਅਰੈਂਸ ਦਿੰਦਾ ਆ। ਤਾਂ ਇਹ ਜਿਹੜਾ ਕੱਲ੍ਹ ਅਸੀਂ ਗੱਲ ਕੀਤਾ ਸੀ ਕਿ ਮੋਤੀ ਪਰੋਏ ਹੁੰਦੇ ਆ, ਇੱਦਾਂ ਲੱਗਦਾ ਆ। ਤਾਂ ਇਹ ਐਕਚੁਅਲੀ 'ਚ ਮੋਤੀ ਕੀ ਹੁੰਦਾ ਆ, ਬ੍ਰਾਂਚਿਸ ਆਫ ਲਿਮਿਟਿਡ ਗਰੋਥ ਬ੍ਰਾਂਚਿਸ ਹੁੰਦੀਆਂ ਆ, ਉੱਦਾਂ ਦੀ ਅਪੀਅਰੈਂਸ ਉਹਨਾਂ ਦੀ ਹੁੰਦੀ ਆ। ਤਾਂ ਇਹ ਜਿਹੜੇ ਇਹਨੂੰ ਅਸੀਂ ਕਹਿੰਦੇ ਆ ਗਲੋਮੇਰਿਊਲ ਵੀ ਕਹਿੰਦੇ ਆ। ਸੋ ਵਾਟ ਇਜ਼ ਗਲੋਮੇਰਿਊਲ, ਇਹ ਇੰਪੋਰਟੈਂਟ ਹੈ, 1 ਮਾਰਕਸ ਪੁੱਛ ਸਕਦੇ ਆ। ਤਾਂ ਵਰਲ ਜਾਂ ਗਰੁੱਪ ਆਫ ਬ੍ਰਾਂਚਿਸ ਆਫ ਲਿਮਿਟਿਡ ਗਰੋਥ, ਉਹਨੂੰ ਆਪਾਂ ਕਹਿੰਦੇ ਆ ਗਲੋਮੇਰਿਊਲ। ਇਹ ਜ਼ਰੂਰ ਧਿਆਨ ਰੱਖਣਾ ਆ, 1 ਮਾਰਕਸ ਪੁੱਛ ਸਕਦੇ ਆ। ਸੈਲਸ ਇਹਨਾਂ ਬ੍ਰਾਂਚੇ ਛੋਟੇ ਹੁੰਦੇ ਆ, ਫਰੋਮ ਦਿਸ ਅਨਲਿਮਿਟਿਡ ਵਾਲਿਆਂ ਤੋਂ ਛੋਟੇ ਹੁੰਦੇ ਆ। ਇਲਿਪਸੋਇਡਲ, ਆ ਦੇਖੋ ਸੈਲਸ ਤੇ ਸ਼ੇਪ 'ਚ ਵੀ ਫਰਕ ਹੁੰਦਾ ਆ। ਮੋਨੇਲੀਫਾਰਮ ਇਨ ਸ਼ੇਪ, ਇਹ ਬ੍ਰਾਂਚਿਸ ਜਿਹੜੀਆਂ ਆ ਟਰਮੀਨੇਟ ਇਨਟੂ ਪੇਅਰ ਆਫ ਸਲੈਂਡਰ ਹੇਅਰਸ। ਤਾਂ ਆ ਜਿਹੜੀ ਬ੍ਰਾਂਚਿਸ ਆ ਦੇਖੋ ਉੱਪਰ ਇਸ ਤਰ੍ਹਾਂ ਦੇ ਜਿਹੜਾ ਸਟਰਕਚਰ ਬਣਿਆ ਆ, ਆਹ ਵਾਲਾ ਆ ਜਿਹੜਾ ਉੱਪਰ ਸਭ ਤੋਂ ਆ। ਤਾਂ ਇਹ ਬ੍ਰਾਂਚਿਸ ਜਿਹੜੀਆਂ ਜਦੋਂ ਇਹਨਾਂ ਦੀ ਗਰੋਥ ਸਟਾਪ ਹੋ ਜਾਂਦੀ ਹੈ ਤਾਂ ਉੱਪਰ ਹੇਅਰ ਲਾਈਕ ਸਟਰਕਚਰ ਓਰੀਜੀਨੇਟ ਕਰ ਜਾਂਦੇ ਆ, ਠੀਕ ਹੈ। ਇਹਨੂੰ ਅਸੀਂ ਕਹਿ ਸਕਦੇ ਹਾਂ ਟਰਮੀਨੇਟ ਇਨਟੂ, ਮਤਲਬ ਖ਼ਤਮ ਹੋ ਜਾਂਦੇ ਆ ਹੇਅਰਸ 'ਚ, ਜਾਂ ਉੱਪਰ ਹੇਅਰ ਲਾਈਕ ਸਟਰਕਚਰ ਡਿਵੈਲਪ ਹੋ ਜਾਂਦਾ, ਜੋ ਮਰਜ਼ੀ ਲਿਖ ਦਿਓ। ਫਿਰ ਬੇਟਾ ਨੈਕਸਟ ਜਿਹੜਾ ਹੈਗਾ ਕੋਰਟੀਫਿਕੇਸ਼ਨ। ਕੋਰਟੀਫਿਕੇਸ਼ਨ ਮਤਲਬ ਕੋਈ ਲੇਅਰ ਚੜ੍ਹਨੀ ਜਾਂ ਕੋਈ ਡਿਪੋਜੀਸ਼ਨ ਹੋਣਾ, ਇਹਨੂੰ ਅਸੀਂ ਕੋਰਟੀਫਿਕੇਸ਼ਨ ਕਹਿ ਦਿੰਦੇ ਹਾਂ, ਸੌਰੀ ਕੋਰਟੀਕੇਸ਼ਨ ਕਹਿ ਦਿੰਦੇ ਆ। ਕੋਰਟੀਕੇਸ਼ਨ ਮਤਲਬ ਲੇਅਰ ਦਾ ਡਿਵੈਲਪ ਹੋਣਾ ਜਾਂ ਲੇਅਰ ਪਰਤ ਚੜ੍ਹਨੀ। ਹੁਣ ਲਿਮਿਟਿਡ ਔਰ ਅਨਲਿਮਿਟਿਡ ਗਰੋਥ ਦੀ ਬ੍ਰਾਂਚਿਸ ਤਾਂ ਡਿਵੈਲਪ ਹੁੰਦੀਆਂ ਹੀ ਆ। ਤਾਂ ਜਿਹੜਾ ਬੇਸਲ ਸੈੱਲ ਹੁੰਦਾ ਆ ਉਹ ਇੱਕ ਫਿਲਾਮੈਂਟ ਦੇ ਵਿੱਚ ਗਰੋ ਕਰਦਾ ਹੈ। ਉਹ ਫਿਲਾਮੈਂਟ ਥੋੜ੍ਹਾ ਲੰਬਾ ਹੁੰਦਾ ਆ। ਇਹ ਫਿਲਾਮੈਂਟ ਪੂਰੇ ਐਕਸਿਸ ਦੇ ਅਲੋਂਗ ਇਹ ਡਿਵੈਲਪ ਹੁੰਦਾ ਆ ਅਤੇ ਇੱਕ ਕਵਰਿੰਗ ਫਾਰਮ ਕਰ ਲੈਂਦਾ ਆ ਅਰਾਊਂਡ ਦਾ ਐਕਸਿਸ। ਆ ਜਿੱਦਾਂ ਕੱਲ੍ਹ ਅਸੀਂ ਮੇਨ ਫਿਲਾਮੈਂਟ ਪੜ੍ਹੇ ਸੀਗੇ, ਉਹਦੇ ਵਿੱਚ ਡਾਰਕ ਕਲਰ ਦੇ ਆ, ਤੁਸੀਂ ਦੇਖੇ ਸੀਗੇ, ਉਹਨੂੰ ਕਹਿੰਦੇ ਕੋਰਟੀਕੇਸ਼ਨ। ਮੈਂ ਪਿਛਲੇ ਡਾਇਗਰਾਮ 'ਚ ਤੁਹਾਨੂੰ ਦਿਖਾ ਵੀ ਦਿੰਦੀ ਹਾਂ। ਮੇਨ ਇਹਦੇ ਵਿੱਚ ਸ਼ਾਇਦ ਆ ਦੇਖੋ ਬੇਟਾ, ਆ ਜਿਹੜੇ ਸੈਂਟਰ ਦੇ ਵਿੱਚ ਆ ਜਿਹੜੇ ਡਬਲ ਤੁਹਾਨੂੰ ਡਾਰਕ ਕਲਰ ਦੇ ਦਿਖਦੇ ਆ, ਇਹ ਹੁੰਦੇ ਆ ਕੋਰਟੀਕੇਸ਼ਨ, ਠੀਕ ਹੈ। ਔਰ ਫਿਰ ਜਿਹੜਾ ਨੈਕਸਟ ਇਹਦੇ ਵਿੱਚ ਹੈਗਾ ਆ ਕੋਰਟੀਕੇਸ਼ਨ ਤਾਂ ਹੁੰਦਾ ਹੀ ਹੁੰਦਾ ਆ। ਦੈਨ ਆਪਾਂ ਪੂਰੀ ਲੈਂਥ ਵਾਈਜ਼ ਪ੍ਰੈਜ਼ੈਂਟ ਆ, ਤੁਸੀਂ ਇਹ ਵੀ ਡਾਇਗਰਾਮ 'ਚ ਦੇਖ ਲਿਆ। ਅਤੇ ਇਹ ਜਸਟ ਫॉर ਪ੍ਰੋਟੈਕਸ਼ਨ ਹੁੰਦਾ ਆ ਮੇਨ ਫਿਲਾਮੈਂਟ ਦੀ ਜਾਂ ਮੇਨ ਥੈਲਸ ਦੀ। ਇਹਨੂੰ ਕੋਰਟੈਕਸ ਵੀ ਕਹਿ ਦਿੰਦੇ ਆ। ਕੋਰਟੀਕੇਸ਼ਨ ਜਿਹੜਾ ਆ ਅਕਰਸ ਇਨ ਓਲਡਰ ਪਾਰਟਸ ਆਫ ਦਾ ਥੈਲਸ, ਅਤੇ ਜਿਹੜਾ ਕੰਪਲੀਟਲੀ ਕਵਰ ਕਰਦਾ ਹੈ ਐਕਸ਼ੀਅਲ ਸੈਲਸ ਨੂੰ।
ਸੋ ਦੈਟ ਦੇ ਆਰ ਕੰਸੀਲਡ ਫਰੋਮ ਦਾ ਵਿਊ। ਤਾਂ ਤੁਸੀਂ ਜੇ ਉੱਪਰੋਂ ਦੇਖੋਗੇ ਤਾਂ ਤੁਹਾਨੂੰ ਥਿੱਕ ਇਹ ਦਿਖੂਗਾ ਔਰ ਐਂ ਲੱਗੂਗਾ ਕਿ ਪੂਰਾ ਜਿਹੜਾ ਫਿਲਾਮੈਂਟ ਆ ਮੇਨ ਐਕਸੈਸ ਹੈ ਉਹ ਭਰੀ ਆ। ਕੋਰਟੀਕਲ ਫਿਲਾਮੈਂਟ ਸਮਟਾਈਮਸ ਜਿਹੜੇ ਆ ਉਹ ਹੈਂਗ ਡਾਊਨ ਓਵਰ ਦਾ ਸਬਸਟ੍ਰੈਟਮ ਐਂਡ ਹੈਲਪ ਟੂ ਫਿਕਸ ਦਾ ਥੈਲਸ। ਤਾਂ ਇਹ ਕੋਰਟੀਕਲ ਫਿਲਾਮੈਂਟ ਕਈ ਵਾਰ ਥੱਲੇ ਨੂੰ ਲਟਕ ਜਾਂਦੇ ਆ, ਜਿੱਦਾਂ ਹੁਣ ਆਹ ਬ੍ਰਾਂਚਿਸ ਲਟਕ ਰਹੀਆਂ ਆ, ਇਹ ਉੱਪਰ ਨੂੰ ਆ, ਇੱਦਾਂ ਥੱਲੇ ਨੂੰ ਲਟਕ ਜਾਂਦੇ ਆ, ਤਾਂ ਉਹ ਵੀ ਜਾ ਕੇ ਸਬਸਟ੍ਰੈਟਮ ਨਾਲ ਅਟੈਚ ਹੋ ਜਾਂਦੇ ਆ ਅਤੇ ਥੈਲਸ ਜਿਹੜਾ ਆ ਉਹ ਸਬਸਟ੍ਰੈਟਮ ਨਾਲ ਫਿਕਸ ਹੋਇਆ ਹੁੰਦਾ ਆ। ਹੁਣ ਬੇਟਾ ਇੱਕ ਸੈੱਲ ਦੀ ਜੇ ਅਸੀਂ ਸੈੱਲ ਸਟਰਕਚਰ ਦੀ ਗੱਲ ਕਰੀਏ, ਜਿਵੇਂ ਹੁਣ ਆਹ ਇੱਕ ਸੈੱਲ ਆ, ਫਿਰ ਆਹ ਸੈੱਲ ਆ, ਆਹ ਸੈੱਲ ਆ, ਦੇਖੋ ਕਿੰਨੇ ਸੈਲੂਲਰ ਸਟਰਕਚਰ ਹੀ ਆ, ਇੰਨੇ ਸਾਰੇ ਸੈੱਲ ਆ। ਤਾਂ ਅਸੀਂ ਜੇ ਇੱਕ ਸੈੱਲ ਦੀ ਸਟਰਕਚਰ ਦੇਖੀਏ ਤਾਂ ਯੂਨੀਨਿਊਕਲੀਅਰ ਮਤਲਬ ਨਿਊਕਲੀਅਸ ਪ੍ਰੈਜ਼ੈਂਟ ਹੈ ਸਿੰਗਲ, ਇੱਕ ਸੈੱਲ ਵਾਲ ਨਾਲ ਢਕਿਆ ਹੁੰਦਾ ਆ, ਕ੍ਰੋਮੈਟੋਫੋਰਸ ਉੱਥੇ ਪ੍ਰੈਜ਼ੈਂਟ ਹੁੰਦੇ ਆ ਜਿਹੜੇ ਪੈਰੀਫਰੀ ਕਿਨਾਰਿਆਂ ਵੱਲ ਨੂੰ ਪ੍ਰੈਜ਼ੈਂਟ ਹੁੰਦੇ ਆ। ਕ੍ਰੋਮੈਟੋਫੋਰ ਦੇ ਵਿੱਚ ਇੱਕੋ ਹੀ ਪੈਰੀਨੋਇਡ ਹੁੰਦਾ ਆ। ਮੇਨ ਪਿਗਮੈਂਟ ਸੈੱਲ ਦੇ ਅੰਦਰ ਕਲੋਰੋਫਿਲ ਏ, ਕਲੋਰੋਫਿਲ ਡੀ, ਆਰ ਫਾਈਕੋਸਾਇਨਿਨ, ਆਰ ਇਰੀਥ੍ਰਿਨ, ਰਿਜ਼ਰਵ ਫੂਡ ਮਟੀਰੀਅਲ ਜਿਹੜਾ ਫਲੋਰੀਡੀਅਨ ਸਟਾਰਚ। ਪਿਟ ਕਨੈਕਸ਼ਨ ਹੈਵ ਆਲਸੋ ਬੀਨ ਓਬਜ਼ਰਵਡ ਬਿਟਵੀਨ ਐਡਜੈਸੈਂਟ ਸੈੱਲ। ਜਿੱਦਾਂ ਹੁਣ ਆਹ ਇੱਕ ਸੈੱਲ ਹੈ, ਆਹ ਦੂਸਰਾ ਸੈੱਲ ਹੈ, ਤਾਂ ਇਹਦੇ ਵਿੱਚ ਛੇਦਾਂ ਦੇ ਦੁਆਰਾ ਇਹ ਇੱਕ ਦੂਸਰੇ ਨਾਲ ਕਨੈਕਟਡ ਹੁੰਦੇ ਆ। ਤਾਂ ਚਾਹੇ ਹੁਣ ਮੈਂ ਤੁਸੀਂ ਆਹ ਦੇਖੋ, ਇੱਕ ਸੈੱਲ ਦਾ ਸਟਰਕਚਰ ਇੱਦਾਂ ਆ। ਹੁਣ ਇਹ ਸੈੱਲ ਹੈ ਕਿਹਦਾ ਆ? ਗੋਲਜੀ ਬਾਡੀਜ਼ ਵਗੈਰਾ ਸਾਰਾ ਕੁਝ ਪ੍ਰੈਜ਼ੈਂਟ ਹੁੰਦਾ ਆ। ਇਹ ਡਾਇਗਰਾਮ ਅਸੀਂ ਕਿਹਦਾ ਪੜ੍ਹ ਰਹੇ ਹਾਂ? ਕੱਲ੍ਹ ਜਿਹੜਾ ਤੁਸੀਂ ਮੇਨ ਫਿਲਾਮੈਂਟ ਵਾਲਾ ਡਾਇਗਰਾਮ ਦੇਖਿਆ ਸੀਗਾ, ਆਹ ਸੈੱਲਸ ਜੇ ਹੁਣੇ ਹੀ ਮੈਂ ਦਿਖਾਇਆ ਕੋਰਟੀਕੇਸ਼ਨ ਜਿੱਥੇ ਹੋਇਆ ਆ। ਤਾਂ ਇਹ ਜੇ ਇੱਕ ਸੈੱਲ ਦਾ ਅਸੀਂ ਸਟਰਕਚਰ ਦੇਖਾਂਗੇ ਤਾਂ ਉਹ ਐਵੇਂ ਦਾ ਹੋਏਗਾ। ਚਾਹੇ ਜਿੱਧਰੋਂ ਮਰਜ਼ੀ ਜਿੱਥੇ ਮਰਜ਼ੀ ਸੈੱਲ ਦਾ ਸਟਰਕਚਰ ਸਟੱਡੀ ਕਰ ਲਓ, ਸਟਰਕਚਰ ਦੇ ਵਿੱਚ ਆਹੀ ਚੀਜ਼ ਪ੍ਰੈਜ਼ੈਂਟ ਹੋਏਗੀ। ਅੱਜ ਮੈਂ ਇੰਨਾ ਹੀ ਪੜ੍ਹਾਉਂਗੀ ਕਿਉਂਕਿ ਇਹ 'ਚ ਥੋੜ੍ਹੀਆਂ ਟਿਪੀਕਲ ਚੀਜ਼ਾਂ ਆ, ਪੜ੍ਹ ਲਿਓ, ਨਹੀਂ ਸਮਝ ਆਇਆ ਦੁਬਾਰਾ ਪੁੱਛ ਲਿਓ। ਟਿਲ ਦੈਨ ਗੁੱਡ ਬਾਏ ਬੇਟਾ। ਵਿੱਚ ਅੱਜ ਇੱਕ ਜਾਂ ਦੋ ਜਗ੍ਹਾ ਥੋੜ੍ਹੀ ਉਹ ਰੁਕਾਵਟ ਆਈ ਸੀ ਡਿਊ ਟੂ ਸਮ ਕਹਿ ਲਓ ਫੈਕਟਰਸ ਦੇ ਕਾਰਨ, ਉਹਦੇ ਲਈ ਸੌਰੀ।